ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰਿਪਰੇਸ਼ਨ ਅੱਛੀ ਚੱਲ ਰਹੀ ਹੈ। ਅੱਜ ਆਪਾਂ ਜੋ ਚੈਪਟਰ ਸਟਾਰਟ ਕੀਤਾ ਨਿਊ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ ਉਸ ਦਾ ਪਾਰਟ ਸੈਕਿੰਡ ਕਰਾਂਗੇ। ਆਈ ਹੋਪ ਤੁਸੀਂ ਪਾਰਟ 1 ਕੰਪਲੀਟ ਕਰ ਚੁੱਕੇ ਹੋ। ਤੁਹਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ ਤਾਂ ਓਬਵੀਅਸਲੀ ਇੰਪੋਰਟੈਂਟ ਹੋ ਜਾਂਦਾ ਹੈ। ਕਲੀਅਰ 2 to 3 ਕੁਐਸਚਨਸ ਬਣ ਜਾਂਦੇ ਹੈ ਤਾਂ ਜ਼ਰੂਰ ਕਰਨਾ। ਚੈਪਟਰ ਸਕਿਪ ਨਹੀਂ ਕਰਨਾ, ਈਜ਼ੀ ਵੇ ਨਾਲ ਕਰਾਂਗੇ। ਹਾਂਜੀ, ਸਟਾਰਟ ਕਰਨ ਤੋਂ ਪਹਿਲਾਂ ਅਗਰ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਕਲੀਅਰ, ਸਟਾਰਟ ਕਰਦੇ ਹਾਂ ਅੱਜ ਦਾ ਚੈਪਟਰ। ਜੋ ਲਾਸਟ ਵੀਡੀਓ ਸੀ ਨਾ ਉਹ ਐਂਡ ਤੋਂ ਮਤਲਬ ਥੋੜ੍ਹੀ ਜਿਹੀ ਮਤਲਬ ਅਗਰ ਆਪਾਂ ਗੱਲ ਕਰੀਏ ਐਂਡ ਜਲਦੀ ਹੋ ਗਿਆ ਸੀ, ਕੁਛ ਰਹਿ ਗਿਆ ਸੀ ਜਿਸ ਦੇ ਵਿੱਚ ਆਪਾਂ ਟਾਈਪਸ ਡਿਸਕਸ ਕਰ ਰਹੇ ਸੀਗੇ। ਟਾਈਪਸ, ਕੈਮੀਕਲ ਰਿਐਕਸ਼ਨ ਦੀਆਂ ਟਾਈਪਸ ਨੂੰ ਡਿਸਕਸ ਕਰ ਰਹੇ ਸੀ। ਟਾਈਪਸ ਆਫ ਕੈਮੀਕਲ ਰਿਐਕਸ਼ਨਸ, ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਤਾਂ ਜਿਹੜੇ ਨੇਮਸ ਨਹੀਂ ਆਏ ਸੀ ਵੀਡੀਓ ਦੇ ਵਿੱਚ ਉਹ ਵੀ ਕਵਰ ਹੋ ਜਾਣਗੇ। ਕਲੀਅਰ, ਆਈ ਹੋਪ ਵੈਸੇ ਸਾਰੇ ਆ ਗਏ ਹੋਣੇ ਆ ਬਟ ਅਚਾਨਕ ਹੀ ਬੰਦ ਹੋ ਗਈ ਸੀਗੀ ਵੀਡੀਓ। ਸਟਾਰਟ ਕਰਦੇ ਹਾਂ। ਫਸਟ ਜੋ ਮੈਂ ਤੁਹਾਨੂੰ ਦੱਸੀ ਸੀ, ਫਸਟ ਟਾਈਪ ਸੀਗੀ ਆਪਣੇ ਕੋਲ ਕੰਬੀਨੇਸ਼ਨ ਰਿਐਕਸ਼ਨ। ਕੰਬੀਨੇਸ਼ਨ ਰਿਐਕਸ਼ਨ ਦੇਖੋ ਨੇਮ ਤੋਂ ਹੀ ਕਲੀਅਰ ਹੈ। ਕੰਬੀਨੇਸ਼ਨ ਪੰਜਾਬੀ ਦੇ ਵਿੱਚ ਇਹਨੂੰ ਕੀ ਕਹਿੰਦੇ ਆ? ਸੰਯੋਜਕ, ਸੰਯੋਜਕ ਕਿਰਿਆ। ਕੰਬੀਨੇਸ਼ਨ ਦਾ ਮਤਲਬ ਹੈ ਕੰਬਾਈਨ ਕਰਨਾ, ਜੋੜਨਾ। ਸੰਯੋਜਕ ਮਤਲਬ ਕੰਬਾਈਨ ਕਰਨਾ, ਜਿਹਦੇ ਵਿੱਚ ਕੰਬੀਨੇਸ਼ਨ ਦਾ ਮਤਲਬ ਉਹ ਰਿਐਕਟੈਂਟ ਜਿਹਦੇ ਵਿੱਚ ਉਹ ਰਿਐਕਸ਼ਨ ਜਿਹਦੇ ਵਿੱਚ ਦੋ ਤੋਂ ਜ਼ਿਆਦਾ ਰਿਐਕਟੈਂਟ ਪ੍ਰੈਜ਼ੈਂਟ ਹੋਣ, ਮਤਲਬ ਦੋ ਤੋਂ ਜ਼ਿਆਦਾ ਚੀਜ਼ਾਂ ਕੰਬਾਈਨ ਹੋ ਜਾਣ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕੰਬੀਨੇਸ਼ਨ ਰਿਐਕਸ਼ਨ। ਇਕੱਠੀਆਂ ਹੋ ਜਾਣ, ਇਹ ਜਦੋਂ ਇਕੱਠੀਆਂ ਹੁੰਦੀਆਂ ਨੇ ਤਾਂ ਆਪਣੇ ਕੋਲ ਵਨ ਪ੍ਰੋਡਕਟ ਕੀ ਹੋ ਜਾਂਦਾ ਹੈ? ਫੋਰਮ ਹੋ ਜਾਂਦਾ ਹੈ। ਕਲੀਅਰ, ਇੱਕ ਪ੍ਰੋਡਕਟ ਬਣ ਜਾਂਦਾ ਹੈ। ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਕੰਬੀਨੇਸ਼ਨ ਰਿਐਕਸ਼ਨ। ਇਸ ਨੂੰ ਜਨਰਲ ਵੇ ਦੇ ਵਿੱਚ ਕਿਵੇਂ, ਜਿਵੇਂ ਦੋ ਆਪਣੇ ਕੋਲ ਰਿਐਕਟੈਂਟ A + B ਹੈ, ਜਦੋਂ ਇਹਨਾਂ ਨੂੰ ਕੰਬਾਈਨ ਕੀਤਾ ਆਪਣੇ ਕੋਲ ਇੱਕ ਪ੍ਰੋਡਕਟ ਬਣ ਗਿਆ AB। ਕਲੀਅਰ, ਹੁਣ ਐਗਜ਼ਾਮਪਲ ਨਾਲ ਸਮਝਦੇ ਹਾਂ। ਜਿਵੇਂ ਮੈਂ ਮੈਗਨੀਸ਼ੀਅਮ ਨੂੰ ਕੱਲ੍ਹ ਕੀਤਾ ਸੀ, ਬਰਨ ਕੀਤਾ ਸੀ ਆਕਸੀਜਨ ਦੇ ਵਿੱਚ। ਇੱਥੇ ਰਿਐਕਟੈਂਟ ਦੋ ਨੇ, ਇੱਕ ਮੈਗਨੀਸ਼ੀਅਮ ਇੱਕ ਆਕਸੀਜਨ, ਤਾਂ ਆਪਣੇ ਕੋਲ ਕੀ ਫਾਰਮ ਹੋ ਜਾਂਦਾ? ਮੈਗਨੀਸ਼ੀਅਮ ਆਕਸਾਈਡ, ਜੋ ਆਪਣੇ ਕੋਲ ਕੀ ਹੈ? ਇੱਕ ਪ੍ਰੋਡਕਟ ਹੈ। ਕਲੀਅਰ, ਸਿਮਿਲਰਲੀ ਅਗਰ ਮੈਂ ਕਾਰਬਨ ਨੂੰ ਬਰਨ ਕਰਦੀ ਹਾਂ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਤਾਂ ਆਪਣੇ ਕੋਲ ਕੀ ਬਣ ਜਾਂਦਾ? ਕਾਰਬਨ ਡਾਈਆਕਸਾਈਡ। ਇੱਕ ਪ੍ਰੋਡਕਟ ਬਣ ਰਿਹਾ ਬਟ ਰਿਐਕਟੈਂਟ ਆਪਣੇ ਕੋਲ ਇੱਕ ਤੋਂ ਜ਼ਿਆਦਾ ਨੇ। ਇਹਦਾ ਮਤਲਬ ਇਹ ਕੀ ਹੈ? ਕੰਬੀਨੇਸ਼ਨ ਰਿਐਕਸ਼ਨ ਹੈ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ? ਕਿਸੇ ਚੀਜ਼ ਨੂੰ ਕੰਬਾਈਨ ਕਰ ਲੈਂਦੇ ਹਾਂ। ਕਲੀਅਰ, ਸਮਝ ਆਇਆ? ਨੈਕਸਟ ਆਪਾਂ ਸੈਕਿੰਡ ਟਾਈਪ ਕਰਾਂਗੇ। ਦੂਸਰੀ ਦੇਖੋ ਜੋ ਕਿ ਹੈ ਡੀਕੰਪੋਜੀਸ਼ਨ ਰਿਐਕਸ਼ਨ। ਡੀਕੰਪੋਜੀਸ਼ਨ ਰਿਐਕਸ਼ਨ ਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ ਵਿਖੰਡਨ ਕਿਰਿਆ। ਕਲੀਅਰ, ਹੁਣ ਦੇਖੋ ਇਸ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਜਿਹੜੀ ਰਿਐਕਸ਼ਨ ਹੈ ਇਹਦੇ ਵਿੱਚ ਇੱਕ ਕੰਪਾਊਂਡ ਨੂੰ ਆਪਾਂ ਡੀਕੰਪੋਜ਼ ਕਰਨਾ ਹੈ, ਮਤਲਬ ਤੋੜਨਾ ਹੈ ਦੋ ਜਾਂ ਦੋ ਤੋਂ ਜ਼ਿਆਦਾ, 2 or more than 2 ਕੰਪਾਊਂਡ ਜਾਂ ਐਲੀਮੈਂਟਸ ਦੇ ਵਿੱਚ। ਡੀਕੰਪੋਜੀਸ਼ਨ ਦਾ ਮਤਲਬ ਤੋੜਨਾ, ਡਿਵਾਈਡ ਕਰ ਦੇਣਾ। ਇੱਕ ਰਿਐਕਟੈਂਟ ਹੈ ਮਤਲਬ ਇਹ ਓਪੋਜ਼ਿਟ ਹੈ। ਅਗਰ ਮੈਂ ਸਿੰਪਲ ਗੱਲ ਕਰਾਂ, ਉਲਟ ਚੱਲਦੀ ਹੈ ਕਿਸ ਦੀ? ਆਪਣੇ ਕੋਲ ਕੀ ਹੈ? ਜੋ ਕੰਬੀਨੇਸ਼ਨ ਰਿਐਕਸ਼ਨ ਆਪਾਂ ਹੁਣੇ ਕੀਤੀ ਹੈ ਉਸ ਦੀ ਓਪੋਜ਼ਿਟ ਹੈ। ਜਨਰਲ ਵੇ ਦੇ ਵਿੱਚ ਕੀਤੀ ਕਿਵੇਂ ਹੋਊਗੀ? ਇਹ A B ਆਪਣੇ ਕੋਲ ਇੱਕ ਚੀਜ਼ ਹੈ, ਇਹਨੂੰ ਦੋ 'ਚ ਤੋੜਤਾ, ਇੱਕ A ਬਣ ਗਿਆ ਇੱਕ B ਬਣ ਗਿਆ, ਉਹਨੂੰ ਕੀ ਕਹਾਂਗੇ ਆਪਾਂ? ਡੀਕੰਪੋਜੀਸ਼ਨ ਰਿਐਕਸ਼ਨ। ਜਿਵੇਂ ਕੈਲਸ਼ੀਅਮ ਕਾਰਬੋਨੇਟ CaCO3, ਇਹਨੂੰ ਮੈਂ ਹੀਟ ਕੀਤਾ ਤਾਂ ਆਪਣੇ ਕੋਲ ਇੱਕ ਕੈਲਸ਼ੀਅਮ ਆਕਸਾਈਡ ਬਣ ਜਾਂਦਾ ਸੋਲਿਡ ਸਟੇਟ ਦੇ ਵਿੱਚ, ਇੱਕ ਆਪਣੇ ਕੋਲ ਕਾਰਬਨ ਡਾਈਆਕਸਾਈਡ ਗੈਸ ਬਣ ਜਾਂਦੀ ਹੈ। ਇਹ ਕੀ ਹੋ ਗਈ ਆਪਣੇ ਕੋਲ? ਡੀਕੰਪੋਜੀਸ਼ਨ। ਜਿਵੇਂ ਹੋਰ ਲੈ ਲਓ ਫੈਰਿਕ ਹਾਈਡਰੋਕਸਾਈਡ,
OH3 ਸੋਲਿਡ ਸਟੇਟ ਦੇ ਵਿੱਚ ਇਸ ਨੂੰ ਵੀ ਮੈਂ ਅਗਰ ਹੀਟ ਕਰਦੀ ਹਾਂ ਤਾਂ ਇਹ ਡੀਕੰਪੋਜ਼ ਕਿਸ 'ਚ ਹੋ ਜਾਂਦੀ ਹੈ ਫੈਰਿਕ ਆਕਸਾਈਡ Fe2O3 ਐਂਡ ਵਾਟਰ ਦੇ ਵਿੱਚ 3 ਮੋਲੀਕਿਊਲਸ ਵਾਟਰ ਜੋ ਲਿਕੁਇਡ ਸਟੇਟ ਦੇ ਵਿੱਚ ਹੈ ਕਲੀਅਰ। ਇਹ ਕੀ ਹੈ ਜਿਹਦੇ ਵਿੱਚ ਆਪਣੇ ਕੋਲ ਰਿਐਕਟੈਂਟ ਇੱਕ ਹੈ ਇੱਕ ਕੰਪਾਊਂਡ ਹੈ ਜਿਸ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਕੀ ਹੈ ਤੋੜਤਾ ਦੋ ਤੋਂ ਜ਼ਿਆਦਾ ਵੀ ਮੀਨਸ ਪ੍ਰੋਡਕਟ ਜ਼ਿਆਦਾ ਬਣ ਰਹੇ ਨੇ ਐਜ਼ ਕੰਪੈਰੀਜ਼ਨ ਟੂ ਰਿਐਕਟੈਂਟ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ ਡੀਕੰਪੋਜੀਸ਼ਨ। ਇਹਦੇ ਨਾਲ ਹੀ ਨਾ ਕੁਝ ਟਾਈਪਸ ਹੁੰਦੀਆਂ ਨੇ ਡੀਕੰਪੋਜੀਸ਼ਨ ਦੀਆਂ ਮੈਂ ਉਹ ਵੀ ਨਾਲ ਦੱਸੂਗੀ। ਜਿਵੇਂ ਫਸਟ ਇੱਕ ਹੁੰਦੀ ਹੈ ਥਰਮਲ ਡੀਕੰਪੋਜੀਸ਼ਨ। ਥਰਮਲ ਡੀਕੰਪੋਜੀਸ਼ਨ ਦਾ ਮਤਲਬ ਹੈ ਜਦੋਂ ਸਬਸਟਾਂਸ ਨੂੰ ਆਪਾਂ ਹੀਟਿੰਗ ਪ੍ਰੋਵਾਈਡ ਕਰਦੇ ਹਾਂ ਹੀਟਿੰਗ ਪ੍ਰੋਵਾਈਡ ਕਰਕੇ ਉਸਨੂੰ ਆਪਾਂ ਡੀਕੰਪੋਜ਼ ਕੀਤਾ ਵੀ ਤੋੜਤਾ ਜਿਵੇਂ ਹੁਣੇ ਮੈਂ ਕਰਕੇ ਦਿਖਾਇਆ ਸੀ ਫੈਰਿਕ ਹਾਈਡਰੋਕਸਾਈਡ ਦੇ ਵਿੱਚ। ਐਵੇਂ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਸਕਦੇ ਹੋ। ਫੈਰਿਕ ਹਾਈਡਰੋਕਸਾਈਡ ਆਪਾਂ ਕੀਤੀ ਹੈ ਕੈਲਸ਼ੀਅਮ ਕਾਰਬੋਨੇਟ ਸਭ ਨੂੰ ਹੀਟ ਕੀਤਾ। ਇੱਕ ਹੁੰਦੀ ਹੈ ਇਲੈਕਟ੍ਰੋਲਿਟਿਕ ਡੀਕੰਪੋਜੀਸ਼ਨ। ਇਸ ਦੇ ਵਿੱਚ ਕੀ ਹੁੰਦਾ ਹੈ ਕੰਪਾਊਂਡ ਨੂੰ ਆਪਾਂ ਇੱਕ ਕੰਪਾਊਂਡ ਨੂੰ ਸਿੰਪਲਰ ਕੰਪਾਊਂਡ ਦੇ ਵਿੱਚ ਤੋੜਦੇ ਹਾਂ ਮਤਲਬ ਪ੍ਰੋਡਕਟ ਬਣਾਉਂਦੇ ਹਾਂ ਕਿੱਦਾਂ ਜਦੋਂ ਇਸ ਦੇ ਵਿੱਚੋਂ ਆਪਾਂ ਇਲੈਕਟ੍ਰੀਸਿਟੀ ਨੂੰ ਪਾਸ ਕਰਵਾ ਦਿੰਦੇ ਹਾਂ ਬਿਜਲੀ ਕਰੰਟ ਪਾਸ ਹੁੰਦਾ ਤਾਂ ਇਹ ਦੋ ਪਾਰਟਸ ਦੇ ਵਿੱਚ ਅੱਗੇ ਕੀ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਇਲੈਕਟ੍ਰੋਲਾਈਸਿਸ। ਜਿਵੇਂ ਅਗਰ ਮੈਂ ਪਾਣੀ ਦੇ ਵਿੱਚੋਂ ਵਾਟਰ ਲੈ ਲਿਆ ਇਸ ਦੇ ਵਿੱਚੋਂ ਬਿਜਲੀ ਪਾਸ ਕਰਵਾ ਦਾਂ ਇਲੈਕਟ੍ਰੀਸਿਟੀ ਪਾਸ ਕਰਵਾ ਦਾਂ ਠੀਕ ਹੈ ਤਾਂ ਆਪਣੇ ਕੋਲ ਕੀ ਬਣ ਜਾਂਦਾ ਇੱਕ ਹਾਈਡਰੋਜਨ ਗੈਸ ਬਣ ਜਾਂਦੀ ਹੈ ਐਂਡ ਇੱਕ ਕੀ ਬਣ ਜਾਂਦੀ ਹੈ ਆਕਸੀਜਨ ਗੈਸ। ਬੈਲੈਂਸ ਕਰ ਲਓ ਚਲੋ ਕਲੀਅਰ। ਇਹ ਲਿਕੁਇਡ ਸਟੇਟ ਦੇ ਵਿੱਚ ਸੀ ਆਪਣੇ ਕੋਲ ਦੋ ਗੈਸਿਸ ਕੀ ਹੋ ਗਈਆਂ ਫਾਰਮ ਹੋ ਗਈਆਂ। ਇਹ ਕੀ ਹੋ ਗਿਆ ਜਦੋਂ ਕਰੰਟ ਪਾਸ ਕਰਵਾ ਕੇ ਆਪਾਂ ਕਿਸੇ ਚੀਜ਼ ਨੂੰ ਡਿਵਾਈਡ ਕਰਦੇ ਹਾਂ ਠੀਕ ਹੈ ਜੀ। ਇੱਕ ਹੁੰਦੀ ਹੈ ਆਪਣੇ ਕੋਲ ਫੋਟੋਲਿਸਿਸ ਜਾਂ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ। ਇਸ ਦੇ ਵਿੱਚ ਕੀ ਹੁੰਦਾ ਰਿਐਕਸ਼ਨ ਜਿਸ ਦੇ ਵਿੱਚ ਆਪਾਂ ਸਨਲਾਈਟ ਨੂੰ ਪਾਸ ਕਰਵਾ ਕੇ ਸਨਲਾਈਟ ਦੀ ਹੈਲਪ ਨਾਲ ਪ੍ਰੋਡਕਟ ਫਾਰਮ ਕਰਦੇ ਹਾਂ। ਸਨਲਾਈਟ ਇਹਦੇ ਵਿੱਚ ਮੇਨ ਕੀ ਹੈ ਸਨਲਾਈਟ। ਜਿਵੇਂ ਐਗਜ਼ਾਮਪਲ ਨਾਲ ਸਮਝਾਉਂਦੇ ਹਾਂ ਫੋਟੋ ਦਾ ਮਤਲਬ ਹੀ ਲਾਈਟ ਤੋਂ ਹੁੰਦਾ ਫੋਟੋਸਿੰਥੇਸਿਸ ਪ੍ਰੋਸੈਸ ਕਲੀਅਰ। ਹੋਰ ਜਿਵੇਂ ਸਿਲਵਰ ਕਲੋਰਾਈਡ ਲੈ ਲਓ AgCl ਸੋਲਿਡ ਸਟੇਟ ਦੇ ਵਿੱਚ ਹੁੰਦਾ ਇਸ ਦੇ ਵਿੱਚ ਜਦੋਂ ਮੈਂ ਸਨਲਾਈਟ ਪਾਸ ਕਰਵਾਈ ਠੀਕ ਹੈ ਤਾਂ ਇਹ ਕਿਸ 'ਚ ਟੁੱਟ ਗਿਆ ਇੱਕ ਤਾਂ ਸਿਲਵਰ ਬਣ ਗਿਆ ਇਸ ਤੋਂ ਇੱਕ ਕਲੋਰਾਈਡ ਦੀ ਫੋਰਮੇਸ਼ਨ ਹੋ ਗਈ। ਇਹ ਸੋਲਿਡ ਸਟੇਟ 'ਚ ਹੁੰਦਾ ਆਪਾਂ ਨੂੰ ਪਤਾ ਕਲੋਰੀਨ ਗੈਸ 'ਚ ਹੁੰਦੀ ਹੈ ਠੀਕ ਹੈ। ਇਹ ਬਣ ਗਿਆ ਕਿਸੇ ਵੀ ਫੋਟੋਗ੍ਰਾਫਿਕ ਜਿਹੜਾ ਪੇਪਰ ਹੁੰਦਾ ਉਹਨੂੰ ਜੇ ਮੈਂ ਸਿਲਵਰ ਕਲੋਰਾਈਡ ਦੇ ਨਾਲ ਕੋਟ ਕਰਦਾ ਤਾਂ ਉਹ ਕਿਸ ਦੇ ਵਿੱਚ ਇਹ ਵਾਈਟ ਕਲਰ ਦਾ ਹੁੰਦਾ ਹੈ ਨਾ ਸਿਲਵਰ ਕਲੋਰਾਈਡ ਤੁਹਾਨੂੰ ਪਤਾ ਹੋਣਾ। ਤਾਂ ਸਿਲਵਰ ਜਿਹੜਾ ਬਣੂਗਾ ਉਹ ਕਿਹੜੇ ਕਲਰ ਦਾ ਬਣਦਾ ਗ੍ਰੇ ਕਿਸ ਦੀ ਵਜ੍ਹਾ ਨਾਲ ਕਿਉਂਕਿ ਉਹ ਸਨਲਾਈਟ ਨਾਲ ਕੰਟੈਕਟ ਦੇ ਵਿੱਚ ਆ ਗਿਆ ਐਕਸਪੋਜ਼ ਹੋ ਗਿਆ ਕਿਉਂਕਿ ਆਪਾਂ ਨੂੰ ਪਤਾ ਸਿਲਵਰ ਕਲੋਰਾਈਡ ਕੀ ਹੈ ਕਲਰਲੈਸ ਹੈ ਤੇ ਸਿਲਵਰ ਆਪਣੇ ਕੋਲ ਕੀ ਹੈ ਆਪਣੇ ਕੋਲ ਗ੍ਰੇ ਕਲਰ ਦੀ ਮੈਟਲ ਹੈ ਠੀਕ ਹੈ ਜੀ ਕਲੀਅਰ ਹੋਇਆ। ਨੈਕਸਟ ਹੁਣ ਥਰਡ ਤੇ ਚੱਲਾਂਗੇ। ਥਰਡ ਆਪਣੇ ਕੋਲ ਕੀ ਹੈ ਡਿਸਪਲੇਸਮੈਂਟ ਰਿਐਕਸ਼ਨ। ਨਾਮ ਤੋਂ ਕਲੀਅਰ ਹੈ ਦੇਖੋ ਡਿਸਪਲੇਸਮੈਂਟ ਜਿਹਨੂੰ ਪੰਜਾਬੀ 'ਚ ਕਿਹਾ ਜਾਂਦਾ ਹੈ ਵਿਸਥਾਪਨ ਕਿਰਿਆ। ਠੀਕ ਹੈ ਜੀ ਡਿਸਪਲੇਸਮੈਂਟ ਰਿਐਕਸ਼ਨ ਨਾਮ ਤੋਂ ਕਲੀਅਰ ਹੈ ਡਿਸਪਲੇਸ ਕਰਨਾ ਮਤਲਬ ਚੇਂਜ ਕਰ ਦੇਣਾ। ਇਹ ਉਹ ਕੈਮੀਕਲ ਰਿਐਕਸ਼ਨ ਹੈ ਜਿਹਦੇ ਵਿੱਚ ਜ਼ਿਆਦਾ ਰਿਐਕਟਿਵ ਐਲੀਮੈਂਟ ਮੋਰ ਰਿਐਕਟਿਵ ਐਲੀਮੈਂਟ ਡਿਸਪਲੇਸ ਕਰ ਦਿੰਦਾ ਲੈਸ ਰਿਐਕਟਿਵ ਐਲੀਮੈਂਟ ਨੂੰ। ਇਹਨੂੰ ਆਪਾਂ ਡਿਸਪਲੇਸਮੈਂਟ ਰਿਐਕਸ਼ਨ ਕਹਿ ਦਿੰਦੇ ਹਾਂ ਜਾਂ ਫਿਰ ਅਗਰ ਆਪਾਂ ਗੱਲ ਕਰੀਏ ਇਹਨੂੰ ਸਬਸਟੀਟਿਊਸ਼ਨ ਰਿਐਕਸ਼ਨ ਵੀ ਕਿਹਾ ਜਾਂਦਾ ਹੈ। ਸਬਸਟੀਟਿਊਸ਼ਨ
क्लीयर। सबस्टिट्यूशन रिएक्शन भी किया जाता है या सिंगल डिसप्लेसमेंट रिप्लेसमेंट रिएक्शन, जिमें ए ਦੀ ਰਿਐਕਸ਼ਨ ਕਰਵਾਤੀ ਮੈਂ ਬੀ ਅਤੇ ਸੀ ਦੇ ਨਾਲ, ਜਦੋਂ ਰਿਐਕਸ਼ਨ ਕਰਵਾਈ ਏ ਅਤੇ ਸੀ ਇਕੱਠੇ ਹੋ ਗਏ, ਬੀ ਅਲੱਗ ਕਰਤਾ। ਕਲੀਅਰ। ਤਾਂ ਇਹਦੇ ਵਿੱਚ ਕੀ ਹੈ, ਏ ਜ਼ਿਆਦਾ ਰਿਐਕਟਿਵ ਹੈ ਬੀ ਨਾਲ, ਤਾਂ ਜਿਹੜਾ ਏ ਕੀ ਹੈ ਜ਼ਿਆਦਾ ਰਿਐਕਟਿਵ ਹੈ, ਤਾਂ ਅਗਰ ਬੀ ਮੋਰ ਰਿਐਕਟਿਵ ਹੈ ਦੈਨ ਏ ਨਾਲ ਤਾਂ ਏ ਡਿਸਪਲੇਸ ਨਹੀਂ ਕਰੂਗਾ। ਅਗਰ ਏ ਰਿਐਕਟਿਵ ਹੈ ਤਾਂ ਹੀ ਇਸਨੇ ਕੀ ਕਰਤਾ, ਬੀ ਨੂੰ ਡਿਸਪਲੇਸ ਕਰਤਾ। ਠੀਕ ਹੈ, एग्जाम्पल नाल समझते हैं। जिमें मैं जिंक की रिएक्शन करवाई हाइड्रोक्लोरिक एसिड HCl दे नाल रिएक्शन करवाई, 2 लै लो बैलेंस करने के लिए, अपने कोल की बन गया जिंक क्लोराइड नाल की बन गई हाइड्रोजन गैस। क्लीयर। तो ये की होया, जिंक ने की किया हाइड्रोजन नू रिप्लेस करता, उसकी पोजीशन चेंज करती। अगर मैं क्लीयर, तो इस दे विच की है हाइड्रोजन नू रिप्लेस करता। आई थिंक मैं इत्थे सी, सॉरी। हाँ जी, नैक्सट गल करते हैं जो जिंक रिएक्ट करूगा कॉपर सल्फेट के नाल, एग्जाम्पल लै रहे हैं, तो इस दे विच की है जिंक सल्फेट बन जो मेन जिंक कॉपर नू की करता रिप्लेस करता, तो की बन गया अपने कोल जिंक सल्फेट एंड कॉपर की हो गया अलग, जो कि एक सॉलिड स्टेट दे विच है। क्लीयर है जी। इस नू आपां की कह दिंदे आ डिसप्लेसमेंट रिएक्शन। नैक्सट आप गल करांगे डबल डिसप्लेसमेंट रिएक्शन की, फोर्थ डबल डिसप्लेसमेंट रिएक्शन। नेम तो ही क्लीयर हो जाता है सारा कुछ, डबल डिसप्लेसमेंट रिएक्शन। तुसी डिसप्लेसमेंट कर ली, हुण डबल दे विच की आ रहा है, दोहरी, मतलब दो बार दोहरी विस्थापन क्रिया। तो इस दे विच की हुंदा है, रिएक्शन दे विच की है आयन्स एक्सचेंज हो जाते हैं आपस दे विच। दो रिएक्टेंट दे जिहड़े आयन्स हुंदे ने वो की हो जाते हैं, दोनों एक्सचेंज हो जाते हैं तो एक नवा न्यू कंपाउंड की है बना देंगे हैं। न्यू कंपाउंड की कर देंगे ने फॉर्मेशन कर देंगे हैं। जिमें ए बी दी जे मैं रिएक्शन करावां सी डी दे नाल, तो अपने कोल की बन जाता है ए सी प्लस बी डी, ए सी प्लस बी डी। ठीक है, एग्जाम्पल नाल समझते हैं। जिमें हुण मैं कोई भी सल्यूशन, कोई भी नहीं सल्यूशन लिता बेरियम क्लोराइड का BaCl2, इनू मैं रिएक्ट कराता सोडियम सल्फेट के नाल Na2SO4। जदों ये रिएक्शन हुई तो अपने कोल की है प्रैसीपिटेट बन जाएंगे। कल भी कराई सी बेरियम सल्फेट दे वाइट कलर के प्रैसीपिटेट नाल की बन जो सोडियम क्लोराइड। क्लीयर। एक ही होगी अपने कोल रिएक्शन। जिहड़ी भी डबल डिसप्लेसमेंट रिएक्शन, एक पॉइंट दस रही है मेन, ये हमेशा प्रैसीपिटेट बनाती है, जिस दे करके इसनों प्रैसीपिटेशन रिएक्शन भी कहा जाता है। क्लीयर। तो न्यूट्रलाइजेशन रिएक्शन भी कहा जाता है इन्हों, प्रैसीपिटेट रिएक्शन भी। जिमें जे मैं सोडियम हाइड्रोक्साइड नूं HCl नाल रिएक्ट कराता, हुण ये बेस है अपने कोल, ए की है एसिड, तो अपने कोल की बन गया NaCl सोडियम क्लोराइड बन गया, नाल की बन गया वाटर जो लिक्विड है। ये न्यूट्रलाइजेशन रिएक्शन भी है, न्यूट्रल कर देंदी है। ठीक है, आई होप तुहानूं दोनों रिएक्शनस समझ आईयां होईयां होणगियां। नैक्सट आपां गल करांगे प्रैसीपिटेशन रिएक्शन की। प्रैसीपिटेशन रिएक्शन देखो, प्रैसीपिटेशन रिएक्शन की अगर गल की जाए, इनू पंजाबी दे विच मैनूं ध्यान च नहीं हैगा की कहंदे, तुस चैक कर लियो। ठीक है, प्रैसीपिटेशन रिएक्शन दे विच की है, जदों प्रैसीपिटेट की फॉर्मेशन होंदी है, जदों एक्वस सल्यूशन कोई भी दो साल्ट का एक्वस सल्यूशन दो साल्ट्स का मिक्स हो जाता है, तो अपने कोल की बनते हैं प्रैसीपिटेट बनते हैं। जिमें सिल्वर नाइट्रेट लै लो AgNO3, इनू अगर मैं सोडियम क्लोराइड दे नाल एक्वस ने दोनों, ठीक है, रिएक्ट करवा दिन्नी हाँ, तो मेरे को की फॉर्मेशन होंदी है सिल्वर क्लोराइड AgCl, ये प्रैसीपिटेट ने सॉलिड स्टेट दे विच, नाल की बन जाता है NaNO3 सोडियम
नाइट्रेट। ये भी की ने, ये सोडियम नाइट्रेट बन जाएगा। ये की आओगे अपने को प्रैसिपिटेट। प्रैसिपिटेशन रिएक्शन दे विच जदों एक्वस सोल्यूशन दो साल्ट्स का किहड़े लिए आपां जिवें सिल्वर नाइट्रेट एंड सोडियम क्लोराइड जदों ये इकट्ठे होंदे ने तां प्रैसिपिटेट बना दिंदे ने। किस दे प्रैसिपिटेट बन गए? सिल्वर क्लोराइड दे। क्लीयर। नैक्सट रिएक्शन करांगे, मैं हुणे दसी न्यूट्रलाइजेशन रिएक्शन तुहानूं दसती एसिड बेस वाली, ये तुसीं कीती हुई है। ठीक है जी। नैक्सट आपां गल करांगे ऑक्सीडेशन रिएक्शन। एंड रिडक्शन रिएक्शन। पहला ऑक्सीडेशन समझते हैं। पंजाबी दे विच भी इहनूं ऑक्सीकरण कहते हैं शायद, चैक कर लिया, वैसे यही कहते हैं। ठीक है। ऑक्सीडेशन दे विच एक तो एडिशन हुंदी है ऑक्सीजन दी, एडिशन ऑफ ऑक्सीजन, और नॉन मैटैलिक एलीमेंट हुंदा है, या की हुंदा है रिमूवल हुंदी है हाइड्रोजन दी, एडिशन ऑक्सीजन दी, रिमूवल हाइड्रोजन दी, उसनूं आपां की कह दिंदे आ? ऑक्सीडेशन कह दिंदे आ। ठीक है, क्लीयर। उसनूं आपां की कह दिंदे आ? ऑक्सीडेशन कह दिंदे आ। जिवें एग्जाम्पल दी, या फिर इहदे च लॉस ऑफ इलैक्ट्रॉन भी कह सकते हो, इलैक्ट्रॉन लूज हो जाता है। जिवें मैं कॉपर दी रिएक्शन करवाई ऑक्सीजन दे नाल तां अपने कोल की बन गया? कॉपर ऑक्साइड। बैलेंस कर लो। ठीक है। तो ये की है ऑक्सीजन की एडिशन हो रही है, तो इसनों आपां की कवांगे? ऑक्सीडेशन रिएक्शन। क्लीयर। इसनों आपां की कवांगे? ऑक्सीडेशन रिएक्शन कवांगे। आई होप ये तुहानूं चीज़ क्लीयर हुई है। जिवें हुण रिडक्शन की गल करा, अगे मैं रिडक्शन रिएक्शन की। रिडक्शन रिएक्शन की हुंदा है? एडिशन ऑफ हाइड्रोजन, रिमूवल ऑफ ऑक्सीजन, की हुंदी है? वो रिडक्शन रिएक्शन हुंदी है। ठीक है। रिडक्शन का मतलब रिड्यूस करना। किनू रिड्यूस करना? हाइड्रोजन। इस तो अलावा की है? सॉरी, ऑक्सीजन नू रिमूव करना। गेन की हुंदे ने इस दे विच? इलैक्ट्रॉन, गेन ऑफ इलैक्ट्रॉन। ठीक है। किस दे विच? रिडक्शन रिएक्शन दे विच। जिवें एग्जाम्पल लै लो, आई लै लो, कॉपर ऑक्साइड हुणे आपां बनाया, इस दे विच जदों कॉपर अलग हो गया, ऑक्सीजन अलग, मतलब ऑक्सीजन नू रिमूव करता है, रिडक्शन रिएक्शन है। जिवें जिंक ऑक्साइड की मैं कॉपर नाल रिएक्शन करवाई, सॉरी कार्बन नाल, तो अपने कोल की बन गया? जिंक अलग हो गया, कार्बन ऑक्साइड अलग हो गया। ਇਹਦਾ मतलब इन्हें रिमूव करता, ये भी की होगी अपने को? रिडक्शन रिएक्शन होगी। क्लीयर। ठीक है जी, क्लीयर होया। इस तो ही अपने कोल की आ जाता है? ऑक्सीडाइजिंग एजेंट एंड रिड्यूसिंग एजेंट। ऑक्सीडाइजिंग एजेंट एंड रिड्यूसिंग एजेंट। ऑक्सीडाइजिंग एजेंट का मतलब कि सबसटांस जो ऑक्सीजन दिंदा, गिव्स ऑक्सीजन फॉर ऑक्सीडेशन, ऑक्सीडेशन के लिए ऑक्सीजन प्रोवाइड करता है, उन्होंने ऑक्सीडाइजिंग एजेंट कहते हैं। सिंपल मतलब ऐड करवांदा है। तो जिहड़ा सबसटांस रिमूव करवांदा है हाइड्रोजन नूं, उन्होंने भी आपां की कह दिंदे आ? ऑक्सीडाइजिंग एजेंट। इस दे विच उल्टा आ जाऊगा, जिहड़ा सबसटांस हाइड्रोजन ऐड करवांदा है, हाइड्रोजन की एडिशन करवांदा है, उसनूं सबसटांस की गल कर रही हाँ, रिड्यूसिंग एजेंट कहते हैं। जिहड़ा सबसटांस रिमूव करवांदा है ऑक्सीजन नूं, उसनूं भी रिड्यूसिंग एजेंट कहते हैं। ठीक है। जिस रिएक्शन दे विच दोनों चीज़ां होण, ऑक्सीडेशन भी होवे एंड रिडक्शन भी होवे, दोनों का कॉम्बीनेशन होवे, उसनूं आपां की कह दिंदे आ? रिडॉक्स रिएक्शन। उसनूं आपां की कह दिंदे आ? रिडॉक्स रिएक्शन कह दिंदे आ। जिवें एक एग्जाम्पल तो समझते हैं, कॉपर ऑक्साइड नूं मैं हाइड्रोजन नाल रिएक्ट करवाया तो की बन गया? कॉपर प्लस
ਵਾਟਰ। ਠੀਕ ਹੈ, ਇਸ ਰਿਐਕਸ਼ਨ ਦੇ ਵਿੱਚ ਕਾਪਰ ਆਕਸਾਈਡ ਕਿਸ ਦੇ ਵਿੱਚ ਕਨਵਰਟ ਹੋ ਰਿਹਾ, ਕਾਪਰ ਦੇ ਵਿੱਚ ਕਨਵਰਟ ਹੋ ਰਿਹਾ। ਆਕਸੀਜਨ ਕੀ ਹੋ ਗਈ, ਰਿਮੂਵ ਹੋ ਰਹੀ ਹੈ, ਆਕਸੀਜਨ ਰਿਮੂਵ ਹੋ ਰਹੀ ਹੈ। ਠੀਕ ਹੈ, ਕਿਸ ਤੋਂ ਰਿਮੂਵ ਹੋ ਰਹੀ ਹੈ, ਕਾਪਰ ਆਕਸਾਈਡ ਤੋਂ। ਤਾਂ ਰਿਮੂਵਲ ਆਫ ਆਕਸੀਜਨ ਕਿਸੇ ਵੀ ਸਬਸਟੈਂਸ ਉਸ ਨੂੰ ਰਿਡਕਸ਼ਨ ਕਹਿ ਦਿੰਦੇ ਆ। ਤਾਂ ਇਹ ਕੀ ਹੈ, ਇਹਦਾ ਮਤਲਬ ਕਾਪਰ ਆਕਸਾਈਡ ਕੀ ਹੈ, ਰਿਡਕਸ਼ਨ ਇਹ ਰਿਡਿਊਸਡ ਹੋ ਗਿਆ ਟੂ ਕਾਪਰ, ਇਜ਼ ਬੀਇੰਗ ਰਿਡਿਊਸ ਟੂ ਕਾਪਰ, ਕਾਪਰ ਬਣਾਉਣ ਦੇ ਲਈ ਇਹਨੇ ਰਿਡਿਊਸ ਕਰਤਾ। ਇਸ ਰਿਐਕਸ਼ਨ ਦੇ ਵਿੱਚ ਜੋ ਹਾਈਡਰੋਜਨ ਹੈ H2 ਹੈ, ਇਹ ਕੀ ਹੈ, ਵਾਟਰ ਬਣ ਗਿਆ। ਇਹਦਾ ਮਤਲਬ ਆਕਸੀਜਨ ਕੀ ਹੋ ਰਿਹਾ, ਐਡ ਹੋ ਰਿਹਾ। ਆਕਸੀਜਨ ਦੀ ਐਡੀਸ਼ਨ ਹੋ ਰਹੀ ਹੈ ਕਿਸ 'ਚ, ਹਾਈਡਰੋਜਨ ਦੀ। ਜਦੋਂ ਐਡੀਸ਼ਨ ਆਫ ਹਾਈਡਰੋਜਨ ਕਹਿੰਦੇ ਆ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਆਕਸੀਡੇਸ਼ਨ। ਸੌਰੀ ਮੈਂ ਇਕੱਠਾ ਲਿਖਣ ਲੱਗ ਗਈ ਸੀ, ਆਕਸੀਡੇਸ਼ਨ। ਠੀਕ ਹੈ ਜੀ, ਤਾਂ ਹਾਈਡਰੋਜਨ ਬੀਇੰਗ ਆਕਸੀਡਾਈਜ਼ ਟੂ ਵਾਟਰ, ਕਲੀਅਰ। ਤਾਂ ਸਬਸਟੈਂਸ ਜਿਹੜਾ ਆਕਸੀਡਾਈਜ਼ ਹੋਇਆ ਉਹਨੂੰ ਰਿਡਿਊਸਿੰਗ ਏਜੰਟ ਕਹਿੰਦੇ ਨੇ। ਜਿਹੜਾ ਸਬਸਟੈਂਸ ਰਿਡਿਊਸ ਹੋਇਆ ਜਿਹੜਾ ਸਬਸਟੈਂਸ ਆਕਸੀਡਾਈਜ਼ ਹੋਇਆ ਉਹ ਰਿਡਿਊਸਿੰਗ ਏਜੰਟ ਹੈ। ਜਿਹੜਾ ਸਬਸਟੈਂਸ ਰਿਡਿਊਸਡ ਉਹ ਕੀ ਹੈ, ਆਕਸੀਡਾਈਜ਼ਿੰਗ। ਕਲੀਅਰ, ਆਈ ਹੋਪ ਮੈਂ ਸਮਝ ਆ ਗਿਆ। ਨੈਕਸਟ ਜੋ ਆਪਾਂ ਰਿਐਕਸ਼ਨ ਕਰਨੀਆਂ ਨੇ ਉਹ ਹੈ ਐਕਜ਼ੋਥਰਮਿਕ ਐਂਡ ਐਂਡੋਥਰਮਿਕ। ਦੇਖੋ, ਐਕਜ਼ੋਥਰਮਿਕ ਕੀ ਹੁੰਦਾ, ਜਿਹਦੇ ਵਿੱਚ ਕੀ ਹੈ, ਐਨਰਜੀ ਪ੍ਰੋਡਿਊਸ ਹੋਵੇ, ਐਨਰਜੀ ਦੀ ਪ੍ਰੋਡਕਸ਼ਨ ਹੋਵੇ, ਉਸਨੂੰ ਆਪਾਂ ਐਕਜ਼ੋਥਰਮਿਕ ਬੋਲਦੇ ਹਾਂ। ਜ਼ਿਆਦਾਤਰ ਇਸ ਦੇ ਵਿੱਚ ਡੀਕੰਪੋਜੀਸ਼ਨ ਰਿਐਕਸ਼ਨ ਆ ਜਾਂਦੀਆਂ ਨੇ। ਕਲੀਅਰ, ਜਿਵੇਂ ਸਾਹ ਲੈਣਾ, ਐਨਰਜੀ ਰਿਲੀਜ਼ ਹੁੰਦੀ ਹੈ, ਜਾਂ ਆਪਣੀ ਕੋਲ ਗਲੂਕੋਜ਼ ਨੂੰ ਬ੍ਰੇਕ ਡਾਊਨ ਕਰਾ ਦਿਓ। 6 ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣ ਜਾਂਦਾ, ਕਾਰਬਨ ਡਾਈਆਕਸਾਈਡ ਪਲੱਸ ਵਾਟਰ ਪਲੱਸ ਐਨਰਜੀ। ਇਹ ਕੀ ਆਪਣੇ ਕੋਲ ਐਕਜ਼ੋਥਰਮਿਕ ਰਿਐਕਸ਼ਨ। ਕੁਇਕ ਲਾਈਮ ਦੇ ਵਿੱਚ ਵਾਟਰ ਨੂੰ ਐਡ ਕਰੋਗੇ, ਸਲੇਕ ਲਾਈਮ ਬਣ ਜੂ, ਨਾਲ ਐਨਰਜੀ ਰਿਲੀਜ਼ ਹੁੰਦੀ ਹੈ, ਉਹ ਹੈ ਐਕਜ਼ੋਥਰਮਿਕ। ਐਂਡੋਥਰਮਿਕ ਦੀ ਗੱਲ ਕਰਾਂ, ਜਿਹਦੇ ਵਿੱਚ ਹੀਟ ਅਬਜ਼ੋਰਬ ਹੋਵੇ ਜਾਂ ਐਨਰਜੀ ਅਬਜ਼ੋਰਬ ਕੀਤੀ ਜਾਵੇ, ਉਸਨੂੰ ਆਪਾਂ ਬੋਲਦੇ ਹਾਂ ਐਂਡੋਥਰਮਿਕ ਰਿਐਕਸ਼ਨ। ਜਿਵੇਂ ਕੈਲਸ਼ੀਅਮ ਕਾਰਬੋਨੇਟ ਨੂੰ ਮੈਂ ਹੀਟ ਕੀਤਾ ਤਾਂ ਆਪਣੇ ਕੋਲ ਇੱਕ ਕੈਲਸ਼ੀਅਮ ਆਕਸਾਈਡ ਬਣ ਗਿਆ, ਇੱਕ ਕਾਰਬਨ ਡਾਈਆਕਸਾਈਡ। ਇਸਨੇ ਹੀਟ ਨੂੰ ਕੀ ਕਰ ਲਿਆ, ਅਬਜ਼ੋਰਬ ਕਰ ਲਿਆ। ਇਹਦੇ ਵਿੱਚ ਵੀ ਕੀ ਹੋ ਰਹੀ ਹੈ, ਆਪਣੇ ਕੋਲ ਜ਼ਿਆਦਾਤਰ ਗੱਲ ਕਰੀਏ ਡੀਕੰਪੋਜੀਸ਼ਨ ਹੋ ਰਹੀ ਹੈ। ਕਲੀਅਰ। ਨੈਕਸਟ, ਆਕਸੀਡੇਸ਼ਨ ਦਾ ਆਪਣੀ ਡੇਲੀ ਲਾਈਫ 'ਚ ਕਿਸ 'ਤੇ ਇਫੈਕਟ ਹੈ, ਕੋਰੀਜ਼ਨ। ਕੋਰੀਜ਼ਨ ਦਾ ਮਤਲਬ ਹੁੰਦਾ ਜਰ ਲੱਗਣਾ, ਮੈਟਲ ਦਾ ਖਤਮ ਹੋ ਜਾਣਾ, ਸਲੋ ਕਨਵਰਜ਼ਨ ਆਫ ਮੈਟਲ। ਕਿਸ ਦੇ ਵਿੱਚ ਕੋਈ ਵੀ ਅਨਡਿਜ਼ਾਇਰੇਬਲ ਕੰਪਾਊਂਡ ਬਣਾ ਦੇਣਾ। ਕਿਸ ਦੀ ਵਜ੍ਹਾ ਨਾਲ ਹੁੰਦਾ ਹੈ, ਆਕਸੀਜਨ ਦੀ ਵਜ੍ਹਾ ਨਾਲ, ਵਾਟਰ ਦੀ ਵਜ੍ਹਾ ਨਾਲ, ਐਸਿਡ ਦੀ ਵਜ੍ਹਾ ਨਾਲ, ਜਾਂ ਕੋਈ ਵੀ ਗੈਸਿਸ ਵਗੈਰਾ ਜੋ ਐਟਮੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੈ। ਜਿਵੇਂ ਰਸਟਿੰਗ ਆਫ ਆਇਰਨ, ਲੋਹੇ ਨੂੰ ਜਰ ਲੱਗਣਾ। ਕੀ ਹੁੰਦਾ ਇਹਦੇ ਵਿੱਚ, ਜਿਹੜੀ ਆਇਰਨ ਹੈ ਇਹ ਕੀ ਕਰਦੀ ਹੈ, ਆਕਸੀਜਨ ਦੇ ਨਾਲ ਰਿਐਕਟ ਕਰ ਜਾਂਦੀ ਹੈ, ਨਾਲ ਵਾਟਰ ਮੋਇਸਚਰ ਜੋ ਐਟਮੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੈ, ਤਾਂ ਰੈੱਡ ਕਲਰ ਦੀ ਰਸਟ ਫੋਰਮੇਸ਼ਨ ਹੋ ਜਾਂਦੀ ਹੈ। ਇਹ ਸਭ ਤੋਂ ਇੰਪੋਰਟੈਂਟ ਫਾਰਮੂਲਾ ਜੋ ਮੈਂ ਕਰਵਾ ਰਹੀ ਹਾਂ, Fe2O3 X ਵਾਟਰ ਦੇ ਮੋਲੀਕਿਊਲ। ਇਹ ਕੀ ਹੈ, ਰਸਟ ਦਾ ਫਾਰਮੂਲਾ। ਬੈਲੈਂਸ ਕਰਨਾ, ਬੈਲੈਂਸ ਕਰ ਲਓ, 2 3 ਆਕਸੀਜਨ 4 ਆਇਰਨ। ਇਹ ਕੰਪਲੀਟ ਰਿਐਕਸ਼ਨ ਹੋ ਗਈ ਇੰਪੋਰਟੈਂਟ। ਰਸਟ ਦਾ ਫਾਰਮੂਲਾ ਤੁਹਾਨੂੰ ਪੇਪਰ 'ਚ ਆ ਜਾਂਦਾ, ਕੀ ਕਹਿ ਸਕਦੇ ਇਹਨੂੰ, ਹਾਈਡਰੇਟਡ ਫੈਰਿਕ ਆਕਸਾਈਡ। ਕਲੀਅਰ। ਇੱਕ ਰਿਡੋਕਸ ਰਿਐਕਸ਼ਨ ਹੈ, ਇਹਦੇ 'ਚ ਰਿਡਕਸ਼ਨ ਵੀ ਹੋ ਰਹੀ ਹੈ, ਆਕਸੀਡੇਸ਼ਨ ਵੀ ਹੋ ਰਹੀ ਹੈ। ਹੁਣ ਇਸ ਤੋਂ ਬਚਣ ਦੇ ਲਈ ਕਿ ਆਇਰਨ ਵੀਕ ਨਾ ਪਵੇ, ਆਪਾਂ ਕੀ ਕਰਦੇ ਹਾਂ, ਪ੍ਰੀਵੈਂਟ ਕਰਦੇ ਹਾਂ। ਕਿਸ ਤਰੀਕੇ ਨਾਲ, ਮੈਂ ਪਹਿਲਾਂ ਕਰਵਾਇਆ ਹੋਇਆ, ਆਈ ਥਿੰਕ ਸੋ, ਬਾਈ ਪੇਂਟਿੰਗ ਕਰਕੇ, ਗੈਲਵੇਨਾਈਜੇਸ਼ਨ ਕਰਕੇ ਕਰਵਾਇਆ ਹੋਇਆ ਮੈंने, ऑयलिंग करके या ग्रीसिंग करके
इन्ना सारे प्रोसैस दे नाल आपां की करवा लैंदे आ, बचा लैंदे आ रस्टिंग तो। ठीक है, क्लीयर। नैक्सट आपां गल करांगे रैंसिडिटी इज़ द लास्ट टॉपिक है इस चैप्टर का। देखो इनू दुर्गंध कह देंगे ने, आई थिंक सो पंजाबी शायद। लिख दिनी, चैक कर लिया, कन्फर्म नहीं है मैनू। ठीक है जी, हुण ये की हुंदी है, देखो किसी भी फूड की जिहड़ा मटीरीयल है अपने कोल, कोई फूड प्रेजेंट है, उहदा टेस्ट, उहदी स्मैल, ठीक है, वो बरकरार रखने दे लई, ताकि जिहड़ा मतलब लंबे समय तक पैकेट दे विच रहन दी, क्योंकि जदों भी वो सारिया चीज़ां टेस्ट ऑर्डर जदों भी कोई फूड एयर के कंटैक्ट दे विच आ जाता है तो वह की होने लग जाता है, खराब होने लग जाता है। तो उन्होंने लंबे समय तक टिका के रखने के लिए, फूड नूं प्रोटैक्ट करके रखने के लिए आपां की करते हैं, उस दे विच मतलब एक कुछ ऐड कर दिंदे हैं चीज़ां। मतलब मेन चीज़ अगर रैंसिडिटी दुर्गंध का की मतलब इत्थों किसी चीज़ का कोई मतलब चीज़ का खराब हो जाना, मतलब किसी चीज़ की स्मैल टेस्ट खराब हो जाना जिमें ही वो हवा दे नाल कंटैक्ट दे विच आंदे ने। ठीक है, कोई भी फूड है ये फैट प्रेजेंट है, ऑयल प्रेजेंट है, इन्हों लंबे समय तक रखने के लिए आप मैथड यूज़ करते हैं प्रिवेंट करने के लिए। बट इन्हों के विच की है रिएक्शनस होने की वजह जिमें एयर नाल आया ये खराब होने लग जाते हैं, टेस्ट स्मैल। ठीक है, उन्होंने आप रैंसिडिटी कह दें। ये किहदी वजह नाल हुंदी है, जो ऑक्सीडेशन हो जाती है फैट की या ऑयल की, तो फूड खराब होना शुरू हो जाता है। किवें बचा सकते हैं, कोई ना कोई एंटीऑक्सीडेंट ऐड करके जिहड़ा ऑक्सीडेशन ना करवावे, वैक्यूम पैकिंग करके भी उहदे विच एयर ही ना पुट की जाए, पाई जाए, एयर की जगह नाइट्रोजन की फिलिंग करवाई जाए, या फ्रिज च रखा जाए फूड स्टफ नूं, खाने नूं, रैफ्रिजरेटर। इस दे नाल आपां की कर सकते हैं, उसनूं बचा सकते हैं। ठीक है, क्लीयर। तो इसनूं आपां एक ही ने कुछ मैथड्स ने, इत्थों ही क्वेश्चनस बनते हैं कि आप किस तरीके नूं किस तरीके नाल बचा सकते हैं। क्लीयर होया, आई होप तुहानूं ये चीज़ समझ आ चुकी है कि किस तरीके नाल आपां बचा सकते हैं। तो मैं तुहानूं ना एग्जाम्पल नहीं करवाई कोरीजन की, वो मैं करवा दिंदी हाँ, दैन अपना ये चैप्टर कंप्लीट हो जाऊगा। कोरीजन ऑफ कॉपर। तो देखो कॉपर की है अपनी शाइन खत्म कर दिंदा है कुछ समय तो बाद, क्योंकि जो ऑबजैक्ट है वो बेसिक जिहड़ियां चीज़ां ने वो कंटैक्ट दे विच आ जांदियां ने एयर दे। ठीक है, तो वो लस्टर शाइन खत्म होने लग जाती है। जिवें जो कॉपर है वो जो कार्बन डाइऑक्साइड या मॉइस्चर एयर प्रेजेंट होंदी है वो कंटैक्ट च आ जाती है, ऑक्सीजन के कंटैक्ट दे विच आ जाती है, या वाटर के कंटैक्ट दे विच आ जाती है। तो यह की है जो बेसिक कॉपर कार्बोनेट बना देंदे ने, जो किस कलर की होने लग जाती है, ग्रीन कलर की होने लग जाती है। ठीक है, जिमें ही हवा के नाल कंटैक्ट दे विच आई तो वह मतलब है शाइन वगैरह की होने लग गई, खत्म होने लग गई। एवं सिल्वर मैटल की एग्जाम्पल होंगी है जो कॉपर हाइड्रोजन सल्फाइड नाल रिएक्ट दे विच आई, क्योंकि सिल्वर भी डल होने लग जाती है जिमें जिमें आप एयर के कंटैक्ट दे विच आइए। आप पा के भी रखते हैं सिल्वर के एंकलेट वगैरह ब्रैसलेट वगैरह, वो काले पैन लग जाते हैं। ठीक है, यदी वजह नाल जिमें उस हाइड्रोजन सल्फाइड की रिएक्शन के विच आए तो की बन जाता है, सिल्वर सल्फाइड बन जाता है, नाल हाइड्रोजन गैस रिलीज़ होगी। आ जो सिल्वर सल्फाइड है ये किहड़े कलर का हो जाता है, ब्लैक कलर का। वैसे सिल्वर की होंदी है, सॉरी इत्थे ओहो मैं कॉपर लई जानी हाँ, सो सॉरी इत्थे कॉपर नहीं आऊगा, इत्थे सिल्वर आऊगा, सिल्वर ए जी। ठीक है, सिल्वर नूं जदों मैं हाइड्रोजन सल्फाइड नाल रिएक्शन करवाई तो अपने कोल की बन गया, सिल्वर सल्फाइड बन गया गैसीय स्टेट दे विच, एंड हाइड्रोजन गैसीय स्टेट दे विच। सिल्वर की होंदी है वाइट कलर की, बट जिमें ये कंटैक्ट दे विच आंदी है वो की बनन लग जाती है, ब्लैक कलर की बनन लग जाती है। आई होप तुहानूं अज के टॉपिक क्लीयर हो चुके हैं, वीडियो अच्छी लगी होगी।
प्लीज़ शेयर करो मैक्सीमम जो भी PTET एग्ज़ाम की प्रिपरेशन कर रहे हैं। लाइक करो वीडियो नू, कमेंट सैक्शन दे विच ज़रूर दसो मैनू वीडियो किद्दां दी लगी। टैलीग्राम ग्रुप नू ज्वाइन कर लो जिन्हों ने हजे भी टैलीग्राम ग्रुप नू ज्वाइन नहीं किया। थैंक यू सो मच, कीप वॉचिंग।